नमस्कार खबरां ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤਰਨਜੀਤ ਕੌਰ। ਪਹਿਲਾਂ ਪੇਸ਼ ਨੇ ਚੁਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 3 ਦੇਸ਼ਾਂ ਦੇ ਦੌਰੇ ਲਈ ਹੋਣਗੇ ਰਵਾਨਾ। ਕੈਨੇਡਾ 'ਚ G7 ਸਿਖਰ ਸੰਮੇਲਨ ਵਿੱਚ ਲੈਣਗੇ ਹਿੱਸਾ। G7 ਦੇਸ਼ਾਂ ਦੇ ਲੀਡਰਾਂ ਅਤੇ ਗਲੋਬਲ ਸੰਗਠਨਾਂ ਦੇ ਅਧਿਕਾਰੀਆਂ ਨਾਲ ਕਰਨਗੇ ਚਰਚਾ। ਕੇਂਦਰੀ ਮੰਤਰੀ ਰਾਮ ਮੋਹਨ ਨਾਇਡੂ ਨੇ ਜਹਾਜ਼ ਹਾਦਸੇ ਬਾਰੇ ਦਿੱਤੀ ਜਾਣਕਾਰੀ। ਕਿਹਾ ਪਾਇਲਟ ਨੇ ATC ਸੰਕਟ ਬਾਰੇ ਦਿੱਤੀ ਸੀ ਸੂਚਨਾ। ਗ੍ਰਹਿ ਸਕੱਤਰ ਦੀ ਅਗਵਾਈ ਵਿੱਚ ਜਾਂਚ ਕਮੇਟੀ ਗਠਿਤ। ਬੋਇੰਗ ਸੀਰੀਜ਼ ਦੇ ਸਾਰੇ 34 ਜਹਾਜ਼ਾਂ ਦੀ ਕੀਤੀ ਜਾ ਰਹੀ ਹੈ ਜਾਂਚ। ਲੰਡਨ 'ਚ ਭਾਰਤੀ ਸਫਾਰਤਖਾਨੇ ਦੇ ਬਾਹਰ ਹਾਦਸੇ 'ਚ ਮਰਨ ਵਾਲਿਆਂ ਨੂੰ ਦਿੱਤੀ ਸ਼ਰਧਾਂਜਲੀ। ਮਰਨ ਵਾਲਿਆਂ 'ਚ 53 ਬ੍ਰਿਟਿਸ਼ ਨਾਗਰਿਕ ਵੀ ਸ਼ਾਮਲ ਸਨ। ਯੋਗ ਕਨੈਕਟ 2025 ਦਾ ਨਵੀਂ ਦਿੱਲੀ ਵਿੱਚ ਆਯੋਜਨ। ਆਯੂਸ਼ ਮੰਤਰੀ ਨੇ ਕਿਹਾ ਕਿ ਯੋਗ ਕਈ ਬਿਮਾਰੀਆਂ ਨਾਲ ਨਜਿੱਠਣ ਵਿੱਚ ਕਾਮਯਾਬ ਹੈ। ਦੁਨੀਆ ਭਰ ਵਿੱਚ ਯੋਗਾਚਾਰੀਆਂ ਦੀ ਮੰਗ ਵਧ ਰਹੀ ਹੈ। ਭਾਰਤੀ ਪੁਲਾੜ ਯਾਤਰੀ ਸੁਭਾਂਸ਼ੂ ਸ਼ੁਕਲਾ ਦੇ ਐਕਸੀਓਮ 4 ਮਿਸ਼ਨ ਦੀ ਨਵੀਂ ਲਾਂਚ ਤਰੀਕ ਦਾ ਐਲਾਨ। ਮਿਸ਼ਨ ਹੁਣ 19 ਜੂਨ ਨੂੰ ਲਾਂਚ ਕੀਤਾ ਜਾਵੇਗਾ। ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਵੀ ਸੋਸ਼ਲ ਮੀਡੀਆ ਤੇ ਇਸ ਬਾਰੇ ਦਿੱਤੀ ਜਾਣਕਾਰੀ। NTA ਵੱਲੋਂ ਨੀਟ UG 2025 ਦਾ ਨਤੀਜਾ ਜਾਰੀ। ਰਾਜਸਥਾਨ ਦੇ ਮਹੇਸ਼ ਨੇ ਦੇਸ਼ ਭਰ ਵਿੱਚ ਹਾਸਲ ਕੀਤਾ ਪਹਿਲਾ ਰੈਂਕ। ਪੰਜਾਬ ਦਾ ਕੇਸ਼ਵ ਮਿੱਤਲ 7ਵੇਂ ਰੈਂਕ ਨਾਲ ਬਣਿਆ ਸੂਬੇ ਦਾ ਟੌਪਰ। ਤੇ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ ਚਲਾਇਆ ਆਪਰੇਸ਼ਨ ਕਾਸੋ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੀ ਗਈ ਅਗਵਾਈ। ਨਸ਼ਾ ਤਸਕਰਾਂ ਦੇ ਘਰਾਂ 'ਚ ਕੀਤੀ ਗਈ ਛਾਪੇਮਾਰੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 3 ਦੇਸ਼ਾਂ ਦੇ ਦੌਰੇ ਲਈ ਰਵਾਨਾ ਹੋਣਗੇ। ਯਾਤਰਾ ਦੇ ਪਹਿਲੇ ਪੜਾਅ 'ਚ ਸਾਈਪ੍ਰਸ ਗਣਰਾਜ ਜਾਣਗੇ। ਇਹ 2 ਦਹਾਕਿਆਂ ਤੋਂ ਵੀ ਵੱਧ ਸਮੇਂ 'ਚ ਇਹ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਸਾਈਪ੍ਰਸ ਯਾਤਰਾ ਹੋਵੇਗੀ। ਪ੍ਰਧਾਨ ਮੰਤਰੀ ਉੱਥੋਂ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੋਲੀਡੇਜ਼ ਨਾਲ ਦੁਵੱਲੀ ਗੱਲਬਾਤ ਕਰਨਗੇ ਅਤੇ ਉਹ ਵਪਾਰਕ ਲੀਡਰਾਂ ਨੂੰ ਸੰਬੋਧਨ ਵੀ ਕਰਨਗੇ। ਉਸ ਤੋਂ ਬਾਅਦ ਸੋਮਵਾਰ ਨੂੰ ਮੋਦੀ ਕੈਨੇਡਾ ਜਾਣਗੇ ਅਤੇ G7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਦੇ ਇਸ ਸੰਮੇਲਨ ਵਿੱਚ ਲਗਾਤਾਰ 6ਵੀਂ ਹਿੱਸੇਦਾਰੀ ਹੋਵੇਗੀ। ਉਹ G7 ਦੇਸ਼ਾਂ ਸਮੇਤ ਸੱਦੇ ਗਏ ਦੇਸ਼ਾਂ ਦੇ ਲੀਡਰਾਂ ਅਤੇ ਗਲੋਬਲ ਸੰਗਠਨਾਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਵੱਖ-ਵੱਖ ਮੁੱਦਿਆਂ ਤੇ ਚਰਚਾ ਕਰਨਗੇ। ਪ੍ਰਧਾਨ ਮੰਤਰੀ ਆਪਣੀ ਯਾਤਰਾ ਦੇ ਤੀਸਰੇ ਪੜਾਅ ਵਿੱਚ 18 ਜੂਨ ਨੂੰ ਕ੍ਰੋਏਸ਼ੀਆ ਗਣਰਾਜ ਪਹੁੰਚਣਗੇ। ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਉੱਥੋਂ ਦਾ ਇਹ ਪਹਿਲਾ ਸਰਕਾਰੀ ਦੌਰਾ ਹੋਵੇਗਾ ਤੇ ਉਹ ਆਪਣੇ ਹਮਅਹੁਦਾ ਔਂਗਰਿਸ ਪਲੇਨਕੋਵਿਕ ਦੇ ਨਾਲ ਦੁਵੱਲੀ ਬੈਠਕ ਕਰਨਗੇ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਗੁਜਰਾਤ ਦੇ ਅਹਿਮਦਾਬਾਦ ਵਿੱਚ ਹੋਏ ਜਹਾਜ਼ ਹਾਦਸੇ ਬਾਰੇ ਪੱਤਰਕਾਰਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜਹਾਜ਼ ਦੇ ਪਾਇਲਟ ਨੇ ATC ਨੂੰ ਸੰਕਟ ਬਾਰੇ ਸੂਚਨਾ ਦਿੱਤੀ ਸੀ। ਉਨ੍ਹਾਂ ਅੱਗੇ ਕਿਹਾ ਕਿ ਜਹਾਜ਼ ਵਿੱਚ 230 ਯਾਤਰੀ ਅਤੇ 12 ਕਰੂ ਮੈਂਬਰ ਸਵਾਰ ਸਨ। ਨਾਇਡੂ ਨੇ ਕਿਹਾ ਕਿ ਏਅਰ ਇੰਡੀਆ ਦੇ AI 787 ਇਹ ਹਾਦਸਾ ਵੀਰਵਾਰ ਦੁਪਹਿਰੇ 1:40 ਤੇ ਵਾਪਰਿਆ ਸੀ, ਜਿਸ ਦਾ ਬਲੈਕ ਬਾਕਸ ਬਰਾਮਦ ਕਰ ਲਿਆ ਗਿਆ ਹੈ, ਜਿਸ ਦੀ ਜਾਂਚ ਤੋਂ ਹਾਦਸੇ ਦੇ ਕਾਰਨਾਂ ਦਾ ਪਤਾ ਲੱਗੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਬਾਰੇ ਗ੍ਰਹਿ ਸਕੱਤਰ ਦੀ ਅਗਵਾਈ ਵਿੱਚ ਜਾਂਚ ਕਮੇਟੀ ਗਠਿਤ ਕੀਤੀ ਗਈ ਹੈ, ਜਿਸ ਵਿੱਚ ਕੇਂਦਰ ਅਤੇ ਸੂਬੇ ਦੇ ਅਧਿਕਾਰੀ ਸ਼ਾਮਲ ਨੇ। ਉਨ੍ਹਾਂ ਕਿਹਾ ਕਿ ਸਰਕਾਰ ਇਸ ਔਖੀ ਘੜੀ ਵਿੱਚ ਪੀੜਿਤ ਪਰਿਵਾਰਾਂ ਨਾਲ ਖੜੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਹਵਾਈ ਸੁਰੱਖਿਆ ਨਾਲ ਸੰਬੰਧਿਤ ਇੱਕ ਉੱਚ ਪੱਧਰੀ ਬੈਠਕ ਕੀਤੀ ਗਈ ਹੈ ਤੇ ਇਸ ਦੇ ਨਾਲ ਬੋਇੰਗ ਸੀਰੀਜ਼ ਦੇ ਸਾਰੇ 34 ਜਹਾਜ਼ਾਂ ਦੀ ਵਿਸਥਾਰਪੂਰਵਕ ਜਾਂਚ ਕੀਤੀ ਜਾ ਰਹੀ ਹੈ। Ahmedabad airport shook the entire nation. And my deepest condolences to all the families who have lost their loved ones in the incident. And one important update from the technical investigation which is happening through the AIB is the recovery of the black box yesterday around 5 p.m. from the site. The AIB team believes that this decoding of the black box is going to give a in-depth insight into what would have actually happened during the process of the crash or moments before the crash itself. So we are also eagerly waiting for what the results or the report is going to be once the AIB goes through its full investigation.
ਏਅਰ ਇੰਡੀਆ ਜਹਾਜ਼ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਲੋਕਾਂ ਨੂੰ ਲੰਡਨ ਵਿੱਚ ਭਾਰਤੀ ਸਫਾਰਤਖਾਨੇ ਦੇ ਬਾਹਰ ਸ਼ਰਧਾਂਜਲੀ ਦਿੱਤੀ ਗਈ। ਸ਼ਰਧਾਂਜਲੀਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਇਹ ਲੰਡਨ ਵਿੱਚ ਭਾਰਤੀ ਸਫਾਰਤਖਾਨਾ ਹੈ ਜਿੱਥੇ ਜਹਾਜ਼ ਵਿੱਚ ਮਰਨ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਜਹਾਜ਼ ਵਿੱਚ 53 ਬ੍ਰਿਟਿਸ਼ ਨਾਗਰਿਕ ਵੀ ਸ਼ਾਮਿਲ ਸਨ ਜਿਹੜੇ ਇਸ ਹਾਦਸੇ ਵਿੱਚ ਮਾਰੇ ਗਏ ਸਨ ਅਤੇ 169 ਭਾਰਤੀ ਸ਼ਾਮਿਲ ਸਨ। 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਯੋਗ ਕਨੈਕਟ 2025 ਗਲੋਬਲ ਯੋਗ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਆਯੂਸ਼ ਮੰਤਰੀ ਪ੍ਰਤਾਪ ਰਾਓ ਯਾਦਵ ਅਤੇ ਕੇਂਦਰੀ ਸੱਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੌਰਾਨ ਯੋਗ ਗੁਰੂ ਬਾਬਾ ਰਾਮਦੇਵ, ਪਰਮਾਰਥ ਨਿਕੇਤਨ ਦੇ ਪ੍ਰਮੁੱਖ ਸਵਾਮੀ ਚਿਨਮਨੰਦ ਸਰਸਵਤੀ ਵੀ ਮੌਜੂਦ ਸਨ। ਆਯੂਸ਼ ਮੰਤਰੀ ਪ੍ਰਤਾਪ ਰਾਓ ਯਾਦਵ ਨੇ ਕਿਹਾ ਕਿ ਯੋਗ ਕਈ ਬਿਮਾਰੀਆਂ ਨਾਲ ਵਧੀਆ ਤਰੀਕੇ ਨਾਲ ਨਜਿੱਠਣ ਵਿੱਚ ਕਾਮਯਾਬ ਹੈ। ਇਹੀ ਕਾਰਨ ਹੈ ਕਿ ਦੁਨੀਆ ਭਰ ਵਿੱਚ ਯੋਗਾਚਾਰਿਆ ਦੀ ਮੰਗ ਵਧ ਰਹੀ ਹੈ। अध्ययनों से पता चलता है कि योग डायबिटीज के प्रबंधन, हृदय स्वास्थ्य में सुधार और यहां तक कि कैंसर रोगियों और बुजुर्गों को उनकी बीमारी से बेहतर तरीके से निपटने में मददगार है। ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਭਾਰਤ ਇੰਸਟੀਟਿਊਸ਼ਨਲ ਆਰਬਿਟ੍ਰੇਸ਼ਨ ਤੇ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਵੀ ਸ਼ਾਮਲ ਹੋਏ। ਇਸ ਦੌਰਾਨ ਕੇਂਦਰੀ ਮੰਤਰੀ ਨੇ ਸਭ ਤੋਂ ਪਹਿਲਾਂ ਜਹਾਜ਼ ਹਾਦਸੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਨੂੰ ਅੱਗੇ ਵਧਾਉਣਾ ਹੈ, ਸਾਨੂੰ ਆਪਣੇ ਮਨ ਵਿੱਚੋਂ ਸਾਰੇ ਡਰ ਕੱਢ ਕੇ ਦੇਸ਼ ਦੇ ਹਿੱਤ ਵਿੱਚ ਕੰਮ ਕਰਨਾ ਹੈ ਅਤੇ ਜਲਦੀ ਭਾਰਤ ਆਰਬਿਟ੍ਰੇਸ਼ਨ ਦਾ ਹੱਬ ਬਣੇਗਾ। में जो मारे गए हमारे सभी यात्री और पायलट और क्रू मेंबर्स और जो मेडिकल क्षेत्र में काम करने वाले, कुछ पढ़ने वाले डॉक्टर्स और कुछ अन्य लोग जो अब हमारे बीच में नहीं हैं, उनको सबसे पहले श्रद्धांजलि देते हुए मैं मेरी बात को प्रारंभ करता हूं। हमें अल्टरनेट डिस्प्यूट रिजोल्यूशन के लिए एक वाइब्रेंट इकोसिस्टम की सुविधा प्रदान करने की आवश्यकता है जिसमें आर्बिट्रेशन, मीडिएशन एंड कंसिलिएशन शामिल है। इससे निवेशकों और व्यवसाय करने वालों को अतिरिक्त सुविधा मिलेगी। इससे भी महत्वपूर्ण बात यह है कि इससे भारतीय अदालतों पर केस का बोझ भी कम होगा। अनकोट भारत आर्बिट्रेशन का हब बनेगा। उत्तराखंड के देहरादून ਵਿੱਚ ਇੰਡੀਅਨ ਮਿਲਟਰੀ ਅਕੈਡਮੀ ਵਿੱਚ ਪਾਸਿੰਗ ਆਊਟ ਪਰੇਡ ਹੋਈ। ਇਸ ਇਤਿਹਾਸਿਕ ਮੌਕੇ ਸ਼੍ਰੀਲੰਕਾ ਦੇ ਸੈਨਾ ਕਮਾਂਡਰ ਲੈਫਟੀਨੈਂਟ ਜਨਰਲ ਅਸਾਂਥਾ ਰੋਡਰੀਗੋ ਮੁੱਖ ਮਹਿਮਾਨ ਵਜੋਂ ਇਸ ਸਮਾਰੋਹ ਵਿੱਚ ਸ਼ਾਮਲ ਹੋਏ। ਸ਼੍ਰੀਲੰਕਾ ਦੇ ਸੈਨਾ ਮੁਖੀ ਨੇ ਵੀ ਆਪਣੇ ਫੌਜੀ ਜੀਵਨ ਦੀ ਸ਼ੁਰੂਆਤੀ ਟ੍ਰੇਨਿੰਗ IMA ਤੋਂ ਹੀ ਲਈ ਸੀ। ਉਹ ਦਸੰਬਰ 1990 ਵਿੱਚ IMA ਤੋਂ ਪਾਸ ਆਊਟ ਹੋਏ ਸਨ। ਹੁਣ ਲਗਭਗ 34 ਸਾਲਾਂ ਬਾਅਦ ਉਹ ਇਸ ਇਤਿਹਾਸਿਕ ਮੈਦਾਨ ਤੇ ਬਤੌਰ ਰਿਵਿਊਇੰਗ ਅਫਸਰ ਆਏ ਨੇ। ਇਸ ਪ੍ਰੋਗਰਾਮ ਵਿੱਚ 419 ਅਫਸਰ ਭਾਰਤੀ ਫੌਜ ਵਿੱਚ ਸ਼ਾਮਲ ਹੋ ਰਹੇ ਨੇ। ਇਸ ਵਾਰ 451 ਕੈਡਿਟ ਪਾਸ ਆਊਟ ਹੋਏ ਨੇ ਜਿਨ੍ਹਾਂ ਵਿੱਚੋਂ 32 ਹੋਰ ਦੇਸ਼ਾਂ ਦੇ ਨੇ। ਪਰੇਡ ਦੌਰਾਨ ਵੱਖ-ਵੱਖ ਪੁਰਸਕਾਰ ਵੀ ਪ੍ਰਦਾਨ ਕੀਤੇ ਗਏ। ਅੱਜ ਪੀਪਿੰਗ ਅਤੇ ਸਹੁੰ ਚੁੱਕ ਸਮਾਗਮ ਦੇ ਨਾਲ ਹੀ 156ਵੇਂ ਰੈਗੂਲਰ ਕੋਰਸ ਅਤੇ 139ਵੇਂ ਟੈਕਨੀਕਲ ਗ੍ਰੈਜੂਏਟ ਕੋਰਸ ਦੇ ਕੁੱਲ 451 ਕੈਡਿਟ ਅਫਸਰ ਫੌਜ ਵਿੱਚ ਸ਼ਾਮਲ ਹੋਏ ਨੇ। ਅੱਜ ਦੀ ਪਰੇਡ ਦੇ ਨਾਲ ਹੀ IMA ਦੇ ਨਾਂ ਦੇਸ਼ ਵਿਦੇਸ਼ ਦੀਆਂ ਫੌਜਾਂ ਨੂੰ 66,000 ਤੋਂ ਵੱਧ ਫੌਜੀ ਅਧਿਕਾਰੀ ਦੇਣ ਦਾ ਮਾਣ ਪ੍ਰਾਪਤ ਹੋਇਆ ਹੈ। ਭਾਰਤੀ ਪੁਲਾੜ ਯਾਤਰੀ ਸੁਭਾਂਸ਼ੂ ਸ਼ੁਕਲਾ ਦੇ ਐਕਸੀਓਮ 4 ਮਿਸ਼ਨ ਦਾ ਇਸਰੋ ਵੱਲੋਂ ਨਵੀਂ ਲਾਂਚ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਮਿਸ਼ਨ ਹੁਣ 19 ਜੂਨ ਨੂੰ ਲਾਂਚ ਕੀਤਾ ਜਾਵੇਗਾ। ਇਹ ਮਿਸ਼ਨ ਫਲੋਰੀਡਾ ਵਿੱਚ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਤੋਂ SpaceX Falcon 9 ਰਾਕੇਟ ਤੋਂ ਉਡਾਨ ਭਰੇਗਾ। ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਵੀ ਸੋਸ਼ਲ ਮੀਡੀਆ ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਪੁਲਾੜ ਯਾਤਰੀ ਸੁਭਾਂਸ਼ੂ ਸ਼ੁਕਲਾ ਦੇ ਐਕਸੀਓਮ 4 ਮਿਸ਼ਨ ਨੂੰ ਅਣਮਿੱਥੇ ਸਮੇਂ ਲਈ ਅੱਗੇ ਪਾਉਣ ਤੋਂ ਕੁਝ ਦਿਨਾਂ ਬਾਅਦ ਨਾਸਾ ਨੇ ਨਵੀਂ ਲਾਂਚ ਤਰੀਕ ਦਾ ਐਲਾਨ ਕੀਤਾ ਹੈ। ਪਰ ਇਸ ਦੇ ਲਾਂਚ ਦੀ ਪੁਸ਼ਟੀ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ ਐਕਸੀਓਮ ਸਪੇਸ ਅਤੇ SpaceX ਵਿਚਾਲੇ ਇੱਕ ਮਹੱਤਵਪੂਰਨ ਬੈਠਕ ਤੋਂ ਬਾਅਦ ਕੀਤੀ ਹੈ। ਸੁਭਾਂਸ਼ੂ ਸ਼ੁਕਲਾ ਭਾਰਤੀ ਫੌਜ ਦੇ ਇੱਕ ਪਾਇਲਟ ਅਤੇ ਇਸਰੋ ਦੇ ਸਭ ਤੋਂ ਨਵੇਂ ਪੁਲਾੜ ਯਾਤਰੀ ਐਕਸੀਓਮ 4 ਮਿਸ਼ਨ ਦੇ ਇੱਕ ਦਲ ਵਿੱਚ ਸ਼ਾਮਲ ਹੋਣਗੇ।
ਨੈਸ਼ਨਲ ਟੈਸਟਿੰਗ ਏਜੰਸੀ NTA ਨੇ ਨੀਟ UG 2025 ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਇਸ ਸਾਲ ਨੀਟ UG ਪ੍ਰੀਖਿਆ 4 ਮਈ ਨੂੰ ਆਯੋਜਿਤ ਕੀਤੀ ਗਈ ਸੀ। ਇਸ ਸਾਲ ਇਸ ਪ੍ਰੀਖਿਆ ਵਿੱਚ 12,36,531 ਪ੍ਰੀਖਿਆਰਥੀਆਂ ਨੇ ਕੁਆਲੀਫਾਈ ਕੀਤਾ ਸੀ। ਨੀਟ UG 2025 ਦੀ ਟੌਪ ਰੈਂਕ ਦੀ ਲਿਸਟ ਵਿੱਚ ਰਾਜਸਥਾਨ ਦੇ ਮਹੇਸ਼ ਕੁਮਾਰ ਨੇ ਆਲ ਇੰਡੀਆ ਰੈਂਕ ਵਿੱਚ ਪਹਿਲਾ ਥਾਂ ਹਾਸਲ ਕੀਤਾ ਹੈ। ਉਹਨਾਂ ਨੇ 99.999947 ਪਰਸੈਂਟਾਈਲ ਸਕੋਰ ਹਾਸਲ ਕੀਤਾ ਹੈ। ਇਸ ਤੋਂ ਬਾਅਦ ਮੱਧ ਪ੍ਰਦੇਸ਼ ਦੇ ਉੱਤਰਕਸ਼ ਅਵਧਿਆ ਨੇ ਦੂਜੀ ਰੈਂਕ, ਜਦਕਿ ਮਹਾਰਾਸ਼ਟਰ ਦੇ ਕੁਸ਼ਾਂਗ ਜੋਸ਼ੀ ਨੇ ਤੀਜੀ ਰੈਂਕ ਅਤੇ ਦਿੱਲੀ ਦੇ ਮ੍ਰਿਣਾਲ ਕਿਸ਼ੋਰ ਅਤੇ ਅਵਿਕਾ ਅਗਰਵਾਲ ਨੇ ਕਰਮਵਾਰ ਚੌਥੀ ਅਤੇ ਪੰਜਵੀਂ ਰੈਂਕ ਹਾਸਲ ਕੀਤੀ ਹੈ। ਜਦਕਿ ਪੰਜਾਬ ਦਾ ਕੇਸ਼ਵ ਮਿੱਤਲ 7ਵਾਂ ਰੈਂਕ ਹਾਸਲ ਕਰਕੇ ਪੰਜਾਬ ਦਾ ਟੌਪਰ ਬਣਿਆ ਹੈ। ਇਹ ਪ੍ਰੀਖਿਆ ਦੇਸ਼ ਦੀ ਸਭ ਤੋਂ ਵੱਡੀ ਮੈਡੀਕਲ ਪ੍ਰੀਖਿਆ ਹੈ, ਜਿਸ ਵਿੱਚ ਹਰ ਸਾਲ ਲੱਖਾਂ ਵਿਦਿਆਰਥੀ MBBS, BDS ਵਰਗੇ ਕੋਰਸਾਂ ਵਿੱਚ ਦਾਖਲੇ ਲਈ ਆਪਣੀ ਕਿਸਮਤ ਅਜ਼ਮਾਉਂਦੇ ਨੇ। ਪੰਜਾਬ ਵਿੱਚ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੰਜਾਬ ਪੁਲਿਸ ਵੱਲੋਂ ਅੱਜ ਜਲੰਧਰ ਵਿੱਚ ਵੱਖ-ਵੱਖ ਥਾਵਾਂ ਤੇ ਨਸ਼ਾ ਤਸਕਰਾਂ ਦੇ ਘਰਾਂ 'ਚ ਛਾਪੇਮਾਰੀ ਕੀਤੀ ਗਈ। ਕਾਰਡਨ ਐਂਡ ਸਰਚ ਆਪਰੇਸ਼ਨ ਯਾਨੀ ਕਾਸੋ ਤਹਿਤ ਨਸ਼ਾ ਤਸਕਰਾਂ ਵਿਰੁੱਧ ਜਲੰਧਰ ਦੀਆਂ 8 ਥਾਵਾਂ ਤੇ ਛਾਪੇਮਾਰੀ ਕੀਤੀ ਗਈ। ਪੰਜਾਬ ਪੁਲਿਸ ਦੇ ADGP ਡਾਕਟਰ ਨਰੇਸ਼ ਕੁਮਾਰ ਅਰੋੜਾ ਤੇ ਪੁਲਿਸ ਦੇ ਹੋਰ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਇਸ ਛਾਪੇਮਾਰੀ ਦੌਰਾਨ ਨਸ਼ਾ ਸਪਲਾਈ ਕਰਨ ਵਾਲਿਆਂ ਨੂੰ ਇਸ ਮਾੜੀ ਆਦਤ ਤੋਂ ਛੁਟਕਾਰਾ ਦਿਵਾਉਣ ਲਈ ਉਹਨਾਂ ਨੂੰ ਨਸ਼ਾ ਛੁਡਾਊ ਕੇਂਦਰ ਭੇਜਿਆ ਗਿਆ ਤਾਂ ਜੋ ਉਹਨਾਂ ਦਾ ਇਲਾਜ ਕੀਤਾ ਜਾ ਸਕੇ ਅਤੇ ਉਹਨਾਂ ਨੂੰ ਮੁੜ ਤੋਂ ਵਧੀਆ ਜ਼ਿੰਦਗੀ ਜਿਉਣ ਦਾ ਮੌਕਾ ਮਿਲ ਸਕੇ। ADGP ਡਾਕਟਰ ਨਰੇਸ਼ ਕੁਮਾਰ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਸ਼ਾ ਕਰਨ ਵਾਲਿਆਂ ਤੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਇਹ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਉਹਨਾਂ ਨੂੰ ਇਸ ਤੋਂ ਛੁਟਕਾਰਾ ਦਿਵਾਇਆ ਜਾ ਸਕੇ। आज जालंधर में जो युद्ध नशा विरुद्ध वार अगेंस्ट ड्रग्स, इस कैंपेन के तहत यहाँ कॉर्डन एंड सर्च ऑपरेशन चलाया जा रहा है। यहाँ पे 8 ऐसे हॉटस्पॉट्स को आइडेंटिफाई किया गया है और उनमें पुलिस द्वारा अलग अलग गेस्टेड ऑफिसर्स के, DSP लेवल के, SP लेवल के ऑफिसर्स के इंचार्ज बना के वहाँ सर्च ऑपरेशन चलाया जा रहा है, जिसमें मेन पर्पज़ उस एरिया को सील करके और वहाँ से जो ड्रग्स पेडलर या जो इन्फॉर्मेशन वगैरह है उनको पकड़ के उनके खिलाफ कार्रवाई करने का भी किए गए हैं। कुछ इसमें ज़रूर इसमें कुछ रिकवरीज और कुछ पेडलर और सप्लायर्स वगैरह को राउंड अप किया गया है। वो आपको डिटेल जिसकी शाम को इसकी देखिए हमारे इस ऑपरेशन में ਪੰਜਾਬ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਮੁਤਾਬਿਕ ਪੱਛਮੀ ਗੜਬੜੀ ਦੇ ਕਾਰਨ ਐਤਵਾਰ ਤੋਂ ਸੂਬੇ ਵਿੱਚ ਮੌਸਮ ਬਦਲਣ ਦੀ ਸੰਭਾਵਨਾ ਹੈ। ਆਉਂਦੇ 4 ਦਿਨਾਂ ਤੱਕ ਪੰਜਾਬ ਵਿੱਚ ਕਈ ਥਾਵਾਂ ਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਧੂੜ ਭਰੀਆਂ ਹਵਾਵਾਂ ਚੱਲਣਗੀਆਂ ਅਤੇ ਇਸ ਦੇ ਨਾਲ ਹੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਿਕ ਤਾਪਮਾਨ ਵਿੱਚ 2 ਤੋਂ 4 ਡਿਗਰੀ ਤੱਕ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਬੀਤੇ 24 ਘੰਟਿਆਂ ਦੌਰਾਨ ਰਾਤ ਦਾ ਵੱਧ ਤੋਂ ਵੱਧ ਤਾਪਮਾਨ 1.3 ਡਿਗਰੀ ਘਟਿਆ ਹੈ। ਇਸ ਦੌਰਾਨ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 43.6 ਡਿਗਰੀ, ਲੁਧਿਆਣਾ 43 ਡਿਗਰੀ, ਪਠਾਨਕੋਟ 42.5 ਡਿਗਰੀ, ਫਰੀਦਕੋਟ 44 ਡਿਗਰੀ, ਫਿਰੋਜ਼ਪੁਰ 42.6 ਡਿਗਰੀ ਅਤੇ ਜਲੰਧਰ ਦਾ 41.5 ਡਿਗਰੀ ਰਿਹਾ। ਪਿਛਲੇ 24 ਘੰਟਿਆਂ ਦੌਰਾਨ ਅੰਮ੍ਰਿਤਸਰ ਦਾ ਘੱਟੋ ਘੱਟ ਤਾਪਮਾਨ 30.8 ਡਿਗਰੀ, ਲੁਧਿਆਣਾ ਵਿੱਚ 31 ਡਿਗਰੀ, ਪਟਿਆਲਾ 31.5 ਡਿਗਰੀ, ਬਠਿੰਡਾ 30 ਡਿਗਰੀ, ਫਰੀਦਕੋਟ 31.2 ਡਿਗਰੀ, ਫਿਰੋਜ਼ਪੁਰ 30.9 ਡਿਗਰੀ ਅਤੇ ਜਲੰਧਰ ਦਾ 30.7 ਡਿਗਰੀ ਰਿਹਾ। ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ RNU DDK ਜਲੰਧਰ ਦੇ YouTube ਚੈਨਲ, Facebook ਪੇਜ ਅਤੇ ਸੋਸ਼ਲ ਮੀਡੀਆ ਪਲੇਟਫਾਰਮ X ਤੇ ਵੀ ਦੇਖ ਸਕਦੇ ਨੇ। ਤੇ ਬੁਲੇਟਿਨ ਦੇ ਅਖੀਰ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 3 ਦੇਸ਼ਾਂ ਦੇ ਦੌਰੇ ਲਈ ਹੋਣਗੇ ਰਵਾਨਾ। ਕੈਨੇਡਾ 'ਚ G7 ਸਿਖਰ ਸੰਮੇਲਨ ਵਿੱਚ ਲੈਣਗੇ ਹਿੱਸਾ। G7 ਦੇਸ਼ਾਂ ਦੇ ਲੀਡਰਾਂ ਅਤੇ ਗਲੋਬਲ ਸੰਗਠਨਾਂ ਦੇ ਅਧਿਕਾਰੀਆਂ ਨਾਲ ਕਰਨਗੇ ਚਰਚਾ। ਕੇਂਦਰੀ ਮੰਤਰੀ ਰਾਮ ਮੋਹਨ ਨਾਇਡੂ ਨੇ ਜਹਾਜ਼ ਹਾਦਸੇ ਬਾਰੇ ਦਿੱਤੀ ਜਾਣਕਾਰੀ। ਕਿਹਾ ਪਾਇਲਟ ਨੇ ATC ਸੰਕਟ ਬਾਰੇ ਦਿੱਤੀ ਸੀ ਸੂਚਨਾ। ਗ੍ਰਹਿ ਸਕੱਤਰ ਦੀ ਅਗਵਾਈ ਵਿੱਚ ਜਾਂਚ ਕਮੇਟੀ ਗਠਿਤ। ਬੋਇੰਗ ਸੀਰੀਜ਼ ਦੇ ਸਾਰੇ 34 ਜਹਾਜ਼ਾਂ ਦੀ ਕੀਤੀ ਜਾ ਰਹੀ ਹੈ ਜਾਂਚ। ਲੰਡਨ 'ਚ ਭਾਰਤੀ ਸਫਾਰਤਖਾਨੇ ਦੇ ਬਾਹਰ ਹਾਦਸੇ 'ਚ ਮਰਨ ਵਾਲਿਆਂ ਨੂੰ ਦਿੱਤੀ ਸ਼ਰਧਾਂਜਲੀ। ਮਰਨ ਵਾਲਿਆਂ 'ਚ 53 ਬ੍ਰਿਟਿਸ਼ ਨਾਗਰਿਕ ਵੀ ਸ਼ਾਮਲ ਸਨ। ਯੋਗ ਕਨੈਕਟ 2025 ਦਾ ਨਵੀਂ ਦਿੱਲੀ ਵਿੱਚ ਆਯੋਜਨ। ਆਯੂਸ਼ ਮੰਤਰੀ ਨੇ ਕਿਹਾ ਕਿ ਯੋਗ ਕਈ ਬਿਮਾਰੀਆਂ ਨਾਲ ਨਜਿੱਠਣ ਵਿੱਚ ਕਾਮਯਾਬ ਹੈ। ਦੁਨੀਆ ਭਰ ਵਿੱਚ ਯੋਗਾਚਾਰਿਆ ਦੀ ਮੰਗ ਵਧ ਰਹੀ ਹੈ। ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਐਕਸੀਅਮ 4 ਮਿਸ਼ਨ ਦੀ ਨਵੀਂ ਲਾਂਚ ਤਰੀਕ ਦਾ ਐਲਾਨ। ਮਿਸ਼ਨ ਹੁਣ 19 ਜੂਨ ਨੂੰ ਲਾਂਚ ਕੀਤਾ ਜਾਵੇਗਾ।
ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਵੀ ਸੋਸ਼ਲ ਮੀਡੀਆ ਤੇ ਇਸ ਬਾਰੇ ਦਿੱਤੀ ਜਾਣਕਾਰੀ। एनटीए ਵੱਲੋਂ नीट यूजी 2025 ਦਾ ਨਤੀਜਾ ਜਾਰੀ। ਰਾਜਸਥਾਨ ਦੇ ਮਹੇਸ਼ ਨੇ ਦੇਸ਼ ਭਰ ਵਿੱਚ ਹਾਸਲ ਕੀਤਾ ਪਹਿਲਾ ਰੈਂਕ। ਪੰਜਾਬ ਦਾ ਕੇਸ਼ਵ ਮਿੱਤਲ 7ਵੀਂ ਰੈਂਕ ਨਾਲ ਬਣਿਆ ਸੂਬੇ ਦਾ ਟੌਪਰ। ਤੇ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ ਚਲਾਇਆ ਆਪਰੇਸ਼ਨ ਕਾਸੋ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੀ ਗਈ ਅਗਵਾਈ। ਨਸ਼ਾ ਤਸਕਰਾਂ ਦੇ ਘਰਾਂ 'ਚ ਕੀਤੀ ਗਈ ਛਾਪੇਮਾਰੀ। ਤੇ ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਨਮਸਕਾਰ।